ਵਾਹਿਗੁਰੂ ਜੀ ਕੀ ਫਤਿਹ। ਬੱਚਿਆਂ ਨੂੰ ਇੱਥੇ ਦੇਖ ਕੇ ਨਿਤਨੇਮ ਦੇ ਕੈਂਪ ਵਿੱਚ ਮੈਨੂੰ ਬਹੁਤ ਖੁਸ਼ੀ। ਇੱਕ ਵਾਰ ਗੱਜ ਕੇ ਫਤਿਹ ਬੁਲਾਈਏ। ਬੋਲੇ ਸੋ ਨਿਹਾਲ। ਦਿਲ ਖੁਸ਼ ਹੋ ਗਿਆ ਤੁਹਾਡੀ ਫਤਿਹ ਸੁਣ ਕੇ। ਮੇਰਾ ਨਾਮ ਨਵਨੀਤ ਭੁੱਲਰ ਹੈ। ਮੈਂ ਡਾਕਟਰ ਹਾਂ, ਅਮਰੀਕਾ 'ਚ ਪ੍ਰੈਕਟਿਸ ਕਰਦੀ ਹਾਂ। ਪਰ ਉਹ ਮੇਰੀ ਮੈਂ ਅੱਜ ਜਿਹੜੀ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਉਹ ਕੁਝ ਐਸੇ ਮਸਲੇ ਤੇ ਹੈ ਜਿਹੜਾ ਮੈਨੂੰ ਤੇ ਮੇਰੇ ਕੁਝ ਸਾਥੀਆਂ ਨੂੰ ਬਹੁਤ ਦਰਦ ਪਹੁੰਚਾ ਰਿਹਾ ਹੈ ਪਿਛਲੇ 3 ਸਾਲਾਂ ਤੋਂ ਸਪੈਸ਼ਲੀ। ਤੇ ਮੈਂ ਸਭ ਤੋਂ ਪਹਿਲਾਂ ਇਹ ਦੱਸਣਾ ਚਾਹਾਂਗੀ, ਵੀਰ ਜੀ ਨੇ ਹੁਣੇ ਦੱਸਿਆ ਕਿ ਮੈਂ ਗੁਰਦੁਆਰੇ ਮੈਂ ਫਿਲਾਡੈਲਫੀਆ ਦੀ ਨਾਗਰਿਕ ਸੀਗੀ ਕਾਫੀ ਸਾਲ, 15 ਸਾਲ ਅਮਰੀਕਾ 'ਚ। ਹੁਣ ਮੈਂ ਉੱਥੋਂ ਸ਼ਿਫਟ ਹੋ ਕੇ ਕਿਤੇ ਹੋਰ ਸ਼ਹਿਰ ਚਲੇ ਗਈ ਹਾਂ। ਪਰ ਉੱਥੇ ਗੁਰਦੁਆਰੇ ਵਿੱਚ ਤੁਹਾਡੇ ਵਰਗੇ ਛੋਟੇ ਬੱਚੇ ਆਉਂਦੇ ਤੇ ਉਹ ਗੁਰਦੁਆਰਾ ਜਿਹੜਾ ਸੀਗਾ ਉਹ ਜਿਵੇਂ ਇਹ ਲੋਕੈਲਿਟੀ ਹੈ ਜਿੱਥੇ ਜ਼ਿਆਦਾ ਘਰ ਨੇ, ਦਰਖਤ ਘੱਟ ਨੇ, ਪਾਰਕ ਘੱਟ ਨੇ, ਉੱਥੇ ਸੀਗਾ ਲੋਕੇਟਡ। ਤੇ ਉੱਥੇ ਬੱਚਿਆਂ ਨੂੰ ਸਕੂਲ ਤੇ ਟ੍ਰਿਪਸ ਹੁੰਦੀਆਂ ਅਮਰੀਕਾ 'ਚ ਲੈ ਕੇ ਜਾਂਦੇ ਨੇ, ਪਰ ਬੱਚਿਆਂ ਨੂੰ ਮੌਕਾ ਨਹੀਂ ਸੀ ਮਿਲਦਾ ਕੁਦਰਤ ਦੇ ਸੋਹਣੇ ਦ੍ਰਿਸ਼ ਦੇਖਣ ਨੂੰ। ਮੇਰਾ ਜਨਮਪਲ ਆਰਮੀ ਆਫਸਰ ਦੇ ਘਰ ਮੈਂ ਪੈਦਾ ਹੋਈ। ਮੇਰੇ ਫਾਦਰ ਸਾਹਿਬ ਆਰਮੀ 'ਚ ਸੀਗੇ ਤੇ ਅਸੀਂ ਕੰਟੋਨਮੈਂਟਾਂ 'ਚ ਰਹਿੰਦੇ ਸੀ ਭਾਰਤ ਵਿੱਚ। ਤੇ ਕੰਟੋਨਮੈਂਟਾਂ ਤੁਸੀਂ ਦੇਖਿਆ ਹੋਣਾ ਜਲੰਧਰ ਕੈਂਟ ਜਾ ਕੇ, ਥੋੜ੍ਹੇ ਛੋਟੇ ਜਿਹੇ ਜੰਗਲ ਜਿਹੇ ਹੁੰਦੇ ਨੇ। ਤੇ ਕਦੀ ਮਥੁਰਾ 'ਚ ਰਹਿੰਦੇ ਸੀ, ਉੱਥੇ ਯਮੁਨਾ ਨਾਲ ਵਗਦੀ ਸੀਗੀ ਤੇ ਅਸੀਂ ਉੱਥੇ ਤੈਰਨਾ ਸਿੱਖਿਆ। ਸਵਿਮਿੰਗ ਪੂਲ ਯਮੁਨਾ ਦੇ ਕੋਲ ਹੁੰਦਾ ਸੀ ਤੇ ਅਸੀਂ ਕੁਦਰਤ ਨਾਲ ਬਹੁਤ ਕਲੋਜ਼ਲੀ ਐਸੋਸੀਏਟਡ ਰਹੇ। ਪਿੰਡਾਂ ਤੋਂ ਤੇ ਮੂਵ ਆਊਟ ਕਰ ਗਏ ਜਦੋਂ ਜੌਬ। ਕਈ ਲੋਕ ਪਿੰਡਾਂ 'ਚ ਬੇਸਡ ਹੈਗੇ ਨੇ, ਉਹ ਵੀ ਅੱਜ ਕੱਲ੍ਹ ਕੁਦਰਤ ਨਾਲ ਨਹੀਂ ਜੁੜੇ ਹੋਏ, ਉਹ ਇੰਨੇ ਵਡਭਾਗੀ ਨਹੀਂ ਕਿ ਕੁਦਰਤ ਨਾਲ ਜੁੜਨ। ਤੇ ਜੇ ਮੈਨੂੰ ਇਹ ਵਡਭਾਗ ਮਿਲਿਆ ਕੁਦਰਤ ਨਾਲ ਜੁੜਨ ਦਾ, ਮੇਰੀ ਸਭ ਤੋਂ ਵੱਡੀ ਇੱਛਾ ਸੀ ਜਦੋਂ ਮੈਂ ਅਮਰੀਕਾ ਜਾਊਂਗੀ। ਮੈਂ ਸੋਚਦੀ ਸੀ ਛੋਟੇ ਹੁੰਦੇ, ਤੇ ਮੈਂ ਪਤਾ ਨਹੀਂ ਕਿੱਥੇ ਦੇਖਿਆ, ਪੜ੍ਹਿਆ ਹੋਣਾ, ਅਸੀਂ ਪੜ੍ਹਦੇ ਬਹੁਤ ਸੀ ਦੂਜੀਆਂ ਕਿਤਾਬਾਂ ਪੜ੍ਹਾਈ ਦੇ ਇਲਾਵਾ, ਮੈਂ ਕੈਂਪਿੰਗ ਜਾਊਂਗੀ ਮਾਊਂਟਨਸ ਵਿੱਚ, ਟੈਂਟ ਵਿੱਚ ਰਹੂੰਗੀ। ਜੋ ਕਿ ਮੈਂ ਕਰਨਾ ਸ਼ੁਰੂ ਕੀਤਾ ਕਿਉਂਕਿ ਉੱਥੇ ਇੱਕ ਸੰਸਥਾ ਹੈ, ਉਹਦਾ ਨਾਮ ਹੈ ਸੀਅਰਾ ਕਲੱਬ। ਉਹ ਦੁਨੀਆ ਦੀ ਸਭ ਤੋਂ ਵੱਡੀ ਇਨਵਾਇਰਨਮੈਂਟਲ ਆਰਗੇਨਾਈਜੇਸ਼ਨ ਹੈ। ਤੇ ਜਿਹੜੇ ਕੰਮ ਹੋ ਰਹੇ ਨੇ ਜਿਵੇਂ ਕੋਲਾ ਜਿਵੇਂ ਕੱਢਦੇ ਨੇ ਜ਼ਮੀਨ ਤੋਂ, ਉਹ ਚੰਗਾ ਨਹੀਂ ਸਾਡੇ ਲਈ। ਕੋਲਾ ਤੁਸੀਂ ਸਾਰਿਆਂ ਨੇ ਸੁਣਿਆ ਸਾਰਿਆਂ ਨੇ। ਕਿਉਂ ਨਹੀਂ ਠੀਕ ਹੈਗਾ? ਕਿਉਂਕਿ ਗ੍ਰੀਨ ਹਾਊਸ ਐਮਿਸ਼ਨਸ ਹੁੰਦੀਆਂ ਜਦੋਂ ਬਲਦਾ ਹੈ ਨਾ, ਉਹ ਬਾਲ ਕੇ ਅਸੀਂ ਬਿਜਲੀ ਪੈਦਾ ਹੁੰਦੀ ਹੈ, ਰਾਈਟ। ਉਹ ਪੈਟਰੋਲ ਹੈ ਜਿਹੜਾ, ਉਹ ਬਾਲ ਕੇ ਅਸੀਂ ਕਾਰਾਂ ਚਲਾਉਂਦੇ ਹਾਂ। ਉਹਦੇ ਨਾਲ ਕੀ ਹੁੰਦਾ? ਕਿਹੜੀ ਗੈਸ ਬਣਦੀ ਹੈ? ਜਦ ਐਕਸਲੈਂਟ ਕਾਰਬਨ ਡਾਈਆਕਸਾਈਡ ਬਣਦੀ ਹੈ। ਸ਼ਾਬਾਸ਼ ਬੇਟਾ। ਉਹ ਕਾਰਬਨ ਡਾਈਆਕਸਾਈਡ ਜਾ ਕੇ ਉੱਤੇ ਐਟਮੋਸਫੇਅਰ 'ਚ ਸਾਡੇ ਓਜ਼ੋਨ ਲੇਅਰ ਨੂੰ ਪਤਲਾ ਕਰੀ ਜਾ ਰਹੀ ਹੈ, ਧਰਤੀ ਗਰਮ ਹੋਈ ਜਾ ਰਹੀ ਹੈ। ਉਹਨੂੰ ਕਹਿੰਦੇ ਆ ਗ੍ਰੀਨ ਹਾਊਸ ਐਮਿਸ਼ਨਸ। ਜੇ ਬੱਚੇ ਨੂੰ ਅੱਗੇ ਪਤਾ, ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ, ਪਰ ਸਾਡੀ ਜਨਰੇਸ਼ਨ ਜਿਹੜੀਆਂ ਕੁਝ ਬੀਬੀਆਂ ਮੇਰੇ ਤੋਂ ਛੋਟੀ ਉਮਰ ਦੀਆਂ ਵੀ ਬੈਠੀਆਂ ਇੱਥੇ, ਅਸੀਂ ਇਹ ਭੁੱਲ ਚੁੱਕੇ ਹਾਂ ਕਿ ਸਾਡੀ ਧਰਤੀ ਗਰਮ ਹੋਈ ਜਾ ਰਹੀ ਹੈ। ਸਾਡਾ ਹੁਣ G20 ਵੀ ਚੱਲ ਰਿਹਾ। ਯੂਨਾਈਟਿਡ ਨੇਸ਼ਨ ਦੇ ਚੀਫ ਜਿਹੜੇ ਮਿਸਟਰ ਗੁਟੇਰਸ ਹੈਗੇ ਨੇ, ਉਹ ਕੱਲ ਦਿੱਲੀ ਪਹੁੰਚੇ। ਉਹਨਾਂ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਕਿਸੇ ਨੇ ਪੁੱਛਿਆ, ਤੁਹਾਡਾ ਕੀ ਖਿਆਲ ਹੈ? ਚੀਨ ਦਾ ਪ੍ਰੈਜ਼ੀਡੈਂਟ ਨਹੀਂ ਆਇਆ। ਲੋਕ ਕੀ ਦੁੱਖ ਦੀ ਗੱਲ, ਮਤਲਬ ਥੋੜੀ ਜਿਹੀ ਇਨਸਲਟ ਹੈ ਇੰਡੀਆ ਦੀ ਕਿ ਚੀਨ ਦਾ ਜਿਹੜਾ ਨਾਲ ਦਾ ਸਾਡਾ ਉਹ ਆਇਆ ਨਹੀਂ। ਅਮਰੀਕਾ ਦੇ ਆ ਗਏ, ਕੈਨੇਡਾ ਦੇ, ਫਰਾਂਸ, ਜਿੰਨੀਆਂ ਵੀ G20 ਕੰਟਰੀਜ਼ ਹੈ, ਸਾਊਥ ਅਫਰੀਕਾ, ਅਰਜਨਟੀਨਾ। ਉਹ ਕਹਿੰਦਾ, ਉਹਨੇ ਤਾਂ ਗੱਲ ਹੀ ਇਗਨੋਰ ਕਰਤੀ। ਕਹਿੰਦਾ ਸਾਡਾ ਸਭ ਤੋਂ ਵੱਡਾ ਇਸ ਟਾਈਮ ਸਾਡੀ ਆਪੱਤੀ ਧਰਤੀ 'ਚ ਜਿਹੜੀ ਆਈ ਹੈ ਉਹ ਕਲਾਈਮੇਟ ਕ੍ਰਾਈਸਿਸ ਹੈ। ਉਹਦੇ ਬਾਰੇ ਤਾਂ ਗੱਲ ਕਰੀਏ, ਇਹ ਪੋਲਿਟਿਕਸ ਦੀ ਗੱਲਾਂ ਬਾਅਦ 'ਚ ਕਰਾਂਗੇ। ਉਹਨੇ ਫੇਰ ਰਿਪੀਟ ਕੀਤਾ। ਇਹ ਜਿਹੜਾ ਐਂਟਨੀ ਗੁਟੇਰਸ ਹੈ, ਇਹ ਮੇਰੇ ਤੇ ਮੇਰੇ ਸਾਥੀ, ਮੈਂ ਉਹਨਾਂ ਬਾਰੇ ਹੁਣ ਥੋੜੀ ਦੇਰ ਬਾਅਦ ਦੱਸਦੀ ਹਾਂ, ਸਾਡਾ ਸਭ ਤੋਂ ਵੱਡਾ, ਸਭ ਤੋਂ ਮੈਂ ਕਹਿੰਦੀ ਹਾਂ ਅਜ਼ੀਜ਼ ਭਰਾ ਹੈ। ਕਿਉਂਕਿ ਉਹ ਬਾਰ-ਬਾਰ ਕਹਿ ਰਿਹਾ ਹੈ ਕਿ ਜੇ ਅਸੀਂ ਧਰਤੀ ਨੂੰ ਗਰਮ ਕਰਦੇ ਗਏ ਅੰਨ੍ਹੇਵਾਹ ਜਿਵੇਂ ਹੁਣ ਕਰ ਰਹੇ ਹਾਂ। ਤੁਸੀਂ ਕੀ ਦੇਖਿਆ ਕਿ ਕਿਵੇਂ ਧਰਤੀ ਗਰਮ ਹੋ ਰਹੀ ਹੈ? ਜਲੰਧਰ ਵਿੱਚ ਮੇਰੇ 2 NGO ਨੇ ਤੇ ਅਸੀਂ ਕਈ ਵਾਰ ਪੁਲਿਸ ਟ੍ਰੈਫਿਕ ਕਮਿਸ਼ਨਰ ਜਿਹੜੇ ਹੈਗੇ ਨੇ ਉਹਨਾਂ ਨਾਲ ਮੁਲਾਕਾਤ ਕਰੀਦੀ ਹੈ। ਕੋਈ ਨਾ ਕੋਈ ਰੀਜ਼ਨ ਹੁੰਦਾ ਟ੍ਰੈਫਿਕ ਦਾ, ਸਾਡਾ ਕੋਈ ਨਾ ਕੋਈ ਆ ਜਾਂਦਾ ਹੈ। ਉਹ ਕਹਿੰਦੇ 38,000 ਕਾਰਾਂ ਖਰੀਦੀਆਂ ਗਈਆਂ 1 ਸਾਲ ਵਿੱਚ ਜਲੰਧਰ ਵਿੱਚ। 38,000। ਤੁਸੀਂ ਦੇਖ ਲੈ ਟ੍ਰੈਫਿਕ ਜਾਮ ਕਿਵੇਂ ਹੋ ਰਿਹਾ ਹੈ। ਤੁਸੀਂ ਇੱਥੇ ਲੋਕ ਸਮਝਦੇ ਸ਼ਾਨ ਦੀ ਗੱਲ ਵੱਡੀਆਂ ਕਾਰਾਂ ਲੈਣਾ, ਜਿੰਨੀ ਵੱਡੀ ਕਾਰ ਹੈ ਉਨੀ ਸ਼ਾਨ ਸਮਝੀ ਜਾਂਦੀ ਹੈ। ਤੁਸੀਂ ਇੱਥੇ
गुरु ग्रंथ साहब द ग्रेटेस्ट स्क्रिप्चर ऑन अर्थ दी प्रेजेंस विच बैठे ये दसो मैनू कि तुहाडा की ख्याल है वड्डी कार शान हुंदी है तुहाडी की शान हुंदी है तुहाडी दस्तार शान हुंदी है तुहाडा नितनेम च जुड़ना शान हुंदा है कि तुहाडीआं वड्डियां कारां ते सिंगल यूज प्लास्टिक दे लिफाफे लै लै के सुट्टी जाना अपनी गलियां विच इकट्ठे हो रहे ने हवेली जाओ उत्थे कोल्ड कॉफी किवें मिल रही है सिंगल यूज प्लास्टिक विच किसी ने पता किसी ने नोटिस किया किसी ने हवेली तो हवेली ना ली इत्थे मैं हवेली हुण 2 महीने पहला गई सी साडे घर कोई आया सी उन्होंने लैके कोल्ड कॉफी पीनी सी किसी ने असी कोल्ड कॉफी पीन एक स्टॉल जा लग्या उत्थे सिंगल यूज प्लास्टिक दे वड्डे वड्डे ग्लास ढक्कन नाल दित्ते जांदे ने बड़ी शान नाल दित्ते जांदे ने ते सिख भरा मैं नहीं कह रही कि सिख सुपीरियर ने सिख भरा हिंदू भरा जेड़े भी क्रिश्चियन भरा उत्थे खड़े भरा भैणा बच्चे युवक वो पी जांदे ने लै लैके जदे कि तुहानू पता है की पता है तुहानू मैं क्यों कह रही हाँ सिंगल यूज प्लास्टिक के जेडे ग्लास है वो बैंड ने पंजाब विच 7 साल हो चुके ने 7 साल हो चुके ने बैंड ने तुहाडे चों किसी नू पता सी बैंड ने मैं गुस्से नहीं होवांगी जे नहीं पता सी क्योंकि कल सेंटर फॉर साइंस एंड एनवायरनमेंट दिल्ली विच इत्थों दी सब तो भारत दी सब तो आधुनिक ते सब तो रिस्पैक्टेड एनवायरनमेंट ऑर्गेनाइजेशन है उन्हों का वैबीनार होया वो मैंने पर्सनली जानते हैं क्योंकि साडा एनजीओ उन्होंने नाल काम करता है उन्होंने वेबीनार च पता लग्या कि 33% बिजनेस सिर्फ इंडिया सिर्फ 33% लोगों बिजनेसिस ओनर्स है जेडे साडे चों कई हैगे बिजनेसमैन पर ज्यादा असीं बिजनेसमैन नहीं होंदे असीं नौकरियां करके अपने पैसे कमाने आ सिर्फ 33% बिजनेसमैन जेडे कि प्लास्टिक के लिफाफे दी जा रहे हैं ये बना के दी जा रहे हैं ये भी बिजनेसमैन ही है हवेली वाले भी ये प्लास्टिक के इन्ने वड्डे वड्डे ग्लास कोल्ड कॉफी या समूदियां ना भर के दी जा रहे हैं इन्हां चों सिर्फ 33% नूं पता कि सिंगल यूज प्लास्टिक बैन है सिंगल यूज प्लास्टिक बैन हो चुका है पेपर ते पंजाब विच पर अजे तक नहीं इनफोर्स होया ये मैनूं तुहानूं दस्सण दी लोड़ नहीं है तुसीं जिथे भी जांदे हो मंडी च तुहानूं पॉलीथिन बैग दिख रहे हैं असीं मंडी वाले ना असीं 3 साल पहले एक संस्था शुरू की थी एक्शन ग्रुप अगेंस्ट प्लास्टिक पोल्यूशन मैं हुण थोड़ा बैकअप करके तुहानूं ये दसना फिर याद दिलावांगी कि मैं सियरा क्लब दुनिया की सब तो वड्डी इन्वायरमेंटल ऑर्गेनाइजेशन जेड़े की धरती का शोषण रोकने की पूरी कोशिश करती है अमरीका कैनेडा ज्यादा बेस्ड है हुण तां इंटरनेशनल भी बन गया पर इंडिया च उहदा कोई प्रेजेंस नहीं है ਉਹਦੇ ਨਾਲ वॉलंटियर कर रही है पिछले 22 सालों की क्योंकि मेरे सिख अंकल सिगे रणजीत सिंह हीरा जी उन्होंने मैंने ਉਹਦੇ ਨਾਲ जोड़िया ਜਦੋਂ मैं उन्होंने क्या मैं कैंपिंग करना चाहती हाँ क्योंकि उत्थे इंडियन बहुत घट कैंपिंग करते कहते मैं कैंपिंग उन्होंने नाल करदा है उत्थे अंग्रेज इकट्ठे मिलके जाते कैंपिंग मैनू पता भी नहीं सी कैंपिंग करते किवें उन्होंने सिखाया मैनू हुण मैं कली चले जानी हाँ 2-2 दिन अकेली पहाड़ां च रह लैनी कैलीफोर्निया विच पर मैं तुहानूं ये दसना चाहनी हाँ इस ऑर्गेनाइजेशन ने हिम्मत कर करके प्रोटेस्ट कर करके जो ट्रंप जो प्रेजिडेंट बनया उस तो 2 दिन बाद असी वाशिंगटन डीसी विच इन्ने हजार लोगों को इकट्ठा किया जो भी इशू सीगियां ट्रंप दे इन्वायरमेंटल इशूज बहुत ज्यादा हैं ट्रंप दे नाल ठीक है मैं तुहानूं इसलिए दसना चाहनी हाँ कि जेड़े जागे हुए देश ने अमरीका इस टाइम सब तो ज्यादा शोषण कर रहा है दुनिया का ये सारिਆਂ नूं पता है साडे इन्वायरमेंट का कुदरत का फिर भी उत्थे जेड़े जागे हुए लोग ने वो मिल के हजारां विच इकट्ठे होके बिना डर दे वो भी जमहूरीयत है डेमोक्रेसी है साडी भी ये डेमोक्रेसी है पता है बच्चों नूं सारिਆਂ नूं डेमोक्रेसी का मतलब की हुंदा इलैक्शन हुंदी है ना वोटिंग करते हैं डेमोक्रेसी का मतलब इत्थे खत्म हो चुका है हुण जिवें कि तुसीं देख रहे हो आजकल की चल रहा है बच्चे प्रोटेस्ट करते हैं बच्चों नूं प्रोटेस्ट करन ते यूनिवर्सिटियां तो कढ रहे हैं साडा सब तो वड्डा राइट डेमोक्रेसी का प्रोटेस्ट है ਉਹਦੇ ਅੱਗੇ मैं हुण ये दसांगी साडी संस्था का नाम एक्शन ग्रुप अगेंस्ट प्लास्टिक पोल्यूशन है ਉਹਨੂੰ मैं ते 2-3 जनिया ने जलंधर के जनिया ने अगस्त 2020 पैंडेमिक के साल विच जदों साडे घर दे बाहर रेहड़ियां आ रही सी सब्जियां देन सानूं फ्रूट देन याद है असीं बाजार नहीं सी जा सकते लॉकडाउन सीगा असीं देख रहे सी जो वो देन आ रहे सी फ्रूट सब्जियां ਉਹ भी पॉलीथिन दे रहे सी बीबियां अंदरों परात लेके जा सकदियां सब्जियां लेके जा सकदियां कि नहीं लेके जा रही सी वो पॉलीथिन लेके घरों वो बाहर खड़ा है गेट ते तुहाडे 4 कदम अंदर जाके तुसी परात नहीं लिया सकते तुसी अपना चोला नहीं लिया सकते भुल गए हो तुसी भुल गए हो अपने कुदरत का शोषण हो रहा तुसी भुल गए हो तुसी अपने मैं कहांगी असी अपनी वड्डियां कारां विच बैठे गुम हो गए हैं असी समूदियां पी रहे हैं
ठीक है। ਅਸੀਂ ਫਲਾਈਟਾਂ ਲੈਣੇ ਆ ਛੋਟੀਆਂ ਛੋਟੀਆਂ, ਉਹ ਵੀ ਬਹੁਤ ਸ਼ੋਸ਼ਲ এনवायरमेंट ਦਾ। ਮੈਂ ਫਲਾਈਟ ਲੈ ਕੇ ਦਿਨ ਚ ਸਾਲ ਚ 2-3 ਵਾਰ ਅਮਰੀਕਾ ਚ ਆਉਂਦੀ ਹਾਂ, ਬੜੀ ਸ਼ਰਮਨਾਕ ਗੱਲ ਹੈ, ਮੈਂ ਆਉਂਦੀ ਹਾਂ ਪਰ ਮੇਰੇ ਕੋਲ ਕੋਈ ਤਰੀਕਾ ਨਹੀਂ ਇੱਥੇ ਦੋ ਜਗ੍ਹਾ ਕੰਮ ਕਰਨ ਦਾ। ਸ਼ਿਪ ਤੇ ਬਹੁਤ ਟਾਈਮ ਲੱਗ ਜਾਏਗਾ, ਪਰ ਜੇ ਇੱਥੇ ਕਿਤੇ ਟ੍ਰਿਪ ਤੇ ਜਾਣਾ ਹੋਵੇ ਤੇ ਮੈਂ ਕੋਸ਼ਿਸ਼ ਕਰਦੀ ਹਾਂ ਬੱਸ ਜਾਂ ਟ੍ਰੇਨ ਲਵਾਂ। ਜਿਹੜਾ ਕਿ ਬੱਚੋ ਹੁਣ ਥੋੜਾ ਜਿਹਾ ਬੋਰਿੰਗ ਹੋ ਗਿਆ ਟੌਪਿਕ ਪਲਾਸਟਿਕ ਦਾ, ਇਸ ਲਈ ਮੈਂ ਥੋੜੀ ਡਾਇਵਰਜਨ ਕਰਕੇ ਤੁਹਾਨੂੰ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਇੱਕ ट्रैवल की किताब रेकमेंड करांगी। मैं आस करांगी कई बच्चे छोटे ने उन्हां लई वो किताब थोड़ी जी मुश्किल हो सकती है, पर ये बेटा जिहड़ा कार्बन डाइऑक्साइड ठीक जवाब दे रहा सीगा ये जरूर पढ़ेगा। मैनूं लगदा है होर भी वड्डे वड्डे बच्चियां ते बेटे बैठे ने। नोट करोगे, किसी कोल कॉपी है, नोटबुक है? जदों भी किते जाना है बच्चों छोटा जिहा नोटपैड ते पेन रखना, ठीक है। ਤੁਹਾਨੂੰ ਫੋਨ ਨਹੀਂ ਕਰਨਾ ਪਊਗਾ, ਗੁਰਦੁਆਰਿਆਂ 'ਚ ਫੋਨ ਤੁਹਾਨੂੰ ਯੂਜ਼ ਵੀ ਨਹੀਂ ਕਰਨ ਦਿੰਦੇ। ਮੈਨੂੰ ਵੀ ਡਾਂਟ ਪੈਂਦੀ ਹੈ ਜਦੋਂ ਮੈਂ ਕੋਈ ਨੋਟਸ ਲਿਖਦੀ ਹਾਂ ਗੁਰਦੁਆਰੇ 'ਚ ਬੈਠ ਕੇ। ਇੱਕ ਨੋਟਬੁੱਕ 'ਚ ਇਹ ਨੋਟ ਕਰ ਲਓ ਕਿਤਾਬ ਦਾ ਨਾਮ ਵਾਕਿੰਗ ਵਿਦ ਨਾਨਕ। ਅਸੀਂ ਨਾਨਕ ਕੱਲਾ ਨਹੀਂ ਕਹਿੰਦੇ ਸੀ, ਗੁਰੂ ਨਾਨਕ ਕਹਿੰਦੇ ਹਾਂ ਹਮੇਸ਼ਾ। ਸਭ ਤੋਂ ਮੈਨੂੰ ਇਹ ਥੋੜਾ ਦੁੱਖ ਹੈ, ਪਰ ਦੈਟਸ ਓਕੇ। ਇੱਕ ਮੁਸਲਮਾਨ ਹरून ਖਾਲਿਦ ਨੇ ਇਹ ਕਿਤਾਬ ਲਿਖੀ ਹੈ, ਇਹਦਾ ਪੰਜਾਬੀ 'ਚ ਵੀ ਟ੍ਰਾਂਸਲੇਸ਼ਨ ਆ ਚੁੱਕਿਆ ਹੈ ਤੇ ਜਿਹਨੇ ਵੀ ਪੜ੍ਹਨੀ ਹੈ ਵਾਕਿੰਗ ਵਿਦ ਨਾਨਕ। ਉਹਦੇ 'ਚ ਕੀ ਇੰਸਪੀਰੇਸ਼ਨ ਮਿਲਦੀ ਹੈ ਮੈਨੂੰ ਸਭ ਤੋਂ ਵੱਡੀ, ਮੈਨੂੰ ਜਿਹੜੇ ਕਿ ਮੈਂ ਸੋਚਦੀ ਸੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਬਾਰੇ ਮੈਨੂੰ ਪਤਾ ਹੈ, ਗੁਰਦੁਆਰਿਆਂ ਵਿੱਚ ਅਮਰੀਕਾ 'ਚ ਕਾਫੀ ਗੱਲਾਂ ਹੁੰਦੀਆਂ ਉਹਨਾਂ ਬਾਰੇ। ਸਭ ਤੋਂ ਵੱਡੀ ਤਿੰਨ ਚੀਜ਼ਾਂ ਮੈਂ ਜਿਹੜੀਆਂ ਉੱਥੋਂ ਸਿੱਖੀਆਂ ਵਾਕਿੰਗ ਵਿਦ ਨਾਨਕ ਵਿੱਚ, ਕਿ ਗੁਰੂ ਸਾਹਿਬ ਆਪਣੇ ਨਾਲ ਕੀ ਲੈ ਕੇ ਜਾਂਦੇ ਸੀ। ਇੱਕ ਸਾਨੂੰ ਪਤਾ ਖੜਾਊ ਲੈ ਕੇ ਘੁੰਮਦੇ ਸੀ, ਇੱਕ ਉਹਨਾਂ ਦੇ ਹੱਥ ਵਿੱਚ, ਮੈਨੂੰ ਉਹਦਾ ਟਰਮ ਨਹੀਂ ਪਤਾ, ਇੱਕ ਭਾਂਡਾ ਹੁੰਦਾ ਸੀ ਉਹ ਲੈ ਕੇ ਜਾਂਦੇ ਸੀ। ਸਾਡੇ ਵਾਂਗੂ ਨਹੀਂ ਹਵੇਲੀ 'ਚ ਰੁਕ ਕੇ ਖਾ ਲਿਆ, ਅੱਗੇ ਜਾ ਕੇ 2 ਕਿਲੋਮੀਟਰ ਬਾਅਦ ਫਿਰ ਕੁਝ ਆ ਗਿਆ ਖਾ ਲਿਆ। ਉਹ ਜ਼ਮਾਨੇ ਸੀਗੇ। ਉੱਥੇ ਨਾਰਥ ਵੈਸਟ ਪਾਕਿਸਤਾਨ ਵਿੱਚ ਕੁਝ ਇਹੋ ਜਿਹੀਆਂ ਜਗ੍ਹਾ ਹੈ। ਹरून ਖਾਲਿਦ 2000 ਜਦੋਂ ਵੀ ਉਹਨੇ ਕਿਤਾਬ ਲਿਖੀ, ਮੈਨੂੰ ਯਾਦ ਨਹੀਂ ਸਾਲ 12-13 ਜੋ ਵੀ ਹੈਗਾ, ਉੱਥੇ ਗਿਆ, ਕਹਿੰਦਾ ਮੈਨੂੰ ਡਰ ਲੱਗ ਰਿਹਾ ਸੀ, ਉੱਥੇ ਇੰਨੇ ਭਿਆਨਕ ਜੰਗਲ ਸੀ। ਗੁਰੂ ਸਾਹਿਬ ਉੱਥੇ ਮਰਦਾਨਾ ਸਾਹਿਬ ਦੇ ਨਾਲ, ਉਹ ਅੱਜ ਤੋਂ 600 ਸਾਲ ਹੋਣ ਵਾਲੇ ਹੈ, ਪਹਿਲਾਂ ਜਾ ਕੇ ਬਸ ਦੇਖਣਾ, ਲੋਕਾਂ ਨੂੰ ਮਿਲਣਾ, ਲੋਕਾਂ ਨਾਲ ਵਾਰਤਾਲਾਪ ਕਰਨਾ, ਘਰ ਬੈਠ ਕੇ ਆਪਣੇ 에ਅਰ ਕੰਡੀਸ਼ਨ ਘਰਾਂ 'ਚ ਸ਼ਾਪਿੰਗ ਕਰਕੇ ਚੀਜ਼ਾਂ ਇਕੱਠੀਆਂ ਕਰੀ ਜਾ ਰਹੇ। ਅਸੀਂ ਕਿਹੜੀ ਮਾਇਆ 'ਚ ਫਸ ਗਏ ਹਾਂ ਜਦੋਂ ਸਾਡੀ ਧਰਤੀ ਦਾ ਇੰਨਾ ਸ਼ੋਸ਼ਣ ਹੋ ਰਿਹਾ ਕਿ ਅਸੀਂ ਹਰ ਸਾਲ 1000 ਸਪੀਸ਼ੀਜ਼ ਸਮੁੰਦਰਾਂ 'ਚ ਮਰ ਰਹੀਆਂ। ਪਲਾਸਟਿਕ ਮੱਛੀ ਤੋਂ ਜ਼ਿਆਦਾ ਹੋਣ ਵਾਲਾ ਅੱਜ ਤੋਂ 20 ਸਾਲ ਬਾਅਦ। ਮੱਛੀ ਤੋਂ ਜ਼ਿਆਦਾ ਸਮੁੰਦਰ, ਜਿਹੜੇ ਵੱਡੇ ਵੱਡੇ ਓਸ਼ਨ ਹੈ, ਸਾਰਿਆਂ ਨੂੰ ਪਤਾ ਹੈ ਨਾ, ਓਸ਼ਨ ਜ਼ਿਆਦਾ ਆਕਿਊਪਾਈ ਕਰ ਰਹੇ ਹੈ। 2/3 of our earth is occupied by ocean, right? Only 1/3 by land. ਸਾਡੇ ਓਸ਼ਨ ਸਫੋਕੇਟ ਹੋ ਰਿਹਾ ਪਲਾਸਟਿਕ ਨਾਲ। ਤੁਸੀਂ ਸੋਚੋ ਜਿੰਨਾ ਪਲਾਸਟਿਕ ਅੱਜ ਤੋਂ 70-80 ਸਾਲ ਪਹਿਲਾਂ ਜਦੋਂ ਪਪੂਲਰ ਹੋਇਆ ਪਲਾਸਟਿਕ ਮੈਨੂਫੈਕਚਰ ਹੋਇਆ, ਉਹ ਅੱਜ ਤੱਕ ਸਾਰਾ ਪਲਾਸਟਿਕ ਹੈਗਾ ਸਾਡੀ ਧਰਤੀ ਤੇ ਅਸੀਂ ਅਕਿਊਮੂਲੇਟ ਕਰਕੇ ਸਮੂਦੀਆਂ ਪੀ ਕੇ ਪੋਲੀਥੀਨ ਬੈਗ ਲੈ ਕੇ ਅਸੀਂ ਅਕਿਊਮੂਲੇਟ ਕਰੀ ਜਾ ਰਹੇ ਹਾਂ, ਸਮੁੰਦਰਾਂ 'ਚ ਜਾਈ ਜਾ ਰਿਹਾ। ਪਰ ਗੁਟੇਰਸ, ਜਿਹੜੇ ਐਂਟੋਨੀ ਗੁਟੇਰਸ, ਜਿਹੜੇ ਮੇਰੇ ਅਸੀਂ ਉਹਨਾਂ ਨੂੰ ਅਜ਼ੀਜ਼ ਭਰਾ ਸਮਝਦੇ ਹਾਂ, ਜਿਹੜੇ ਯੂਨਾਈਟਿਡ ਨੇਸ਼ਨਸ ਦੇ ਚੀਫ ਦਿੱਲੀ ਆਏ ਹੋਏ ਨੇ G20 ਲਈ, ਜਿਨ੍ਹਾਂ ਨੇ ਅੱਜ ਉਸ BBC ਰਿਪੋਰਟਰ ਦੇ ਕੁਐਸਚਨ ਦਾ ਤੁਹਾਡਾ ਕੀ ਖਿਆਲ ਹੈ ਚੀਨ ਦਾ ਰਾਸ਼ਟਰਪਤੀ ਨਹੀਂ ਆਇਆ, ਉਹਨਾਂ ਨੇ ਕਿਹਾ ਦਫਾ ਕਰੋ ਚੀਨ ਦੇ ਰਾਸ਼ਟਰਪਤੀ ਨੂੰ। ਸਿੱਧਾ ਹੀ ਤੁਸੀਂ BBC ਨਿਊਜ਼ਾਂ ਵਿੱਚ ਸੁਣ ਲਓ। ਤਾਂ ਸਾਡੀ ਸਭ ਤੋਂ ਵੱਡੀ ਇਸ ਟਾਈਮ ਕ੍ਰਾਈਸਿਸ ਕਲਾਈਮੇਟ ਕ੍ਰਾਈਸਿਸ ਹੈ। ਦੂਜਾ ਸਾਡੇ ਰਸ਼ੀਆ ਜਿਹੜਾ ਯੂਕਰੇਨ ਨੂੰ ਤੰਗ ਕਰ ਰਿਹਾ ਹੈ, ਮਰੀ ਜਾ ਰਹੇ ਨੇ ਲੋਕ, ਬੱਚੇ ਬੁੱਢੇ ਸਾਰੇ। ਇਹ ਸਾਡੀਆਂ ਕ੍ਰਾਈਸਿਸ ਹੈ, ਇਹਨਾਂ ਬਾਰੇ ਗੱਲ ਕਰੋ। ਉਹਨੇ ਫੇਰ ਵੀ ਕਿਹਾ ਸਭ ਤੋਂ ਵੱਡੀ ਸਾਡੀ ਕਲਾਈਮੇਟ ਕ੍ਰਾਈਸਿਸ ਹੈ। ਕੀ ਹੈ ਸਾਡੀ ਕਲਾਈਮੇਟ ਕ੍ਰਾਈਸਿਸ? ਤੁਸੀਂ ਦੱਸੋ, ਸਪਟੈਂਬਰ 'ਚ ਕਿਸੇ ਨੇ ਇੰਨੀ ਗਰਮੀ ਮਹਿਸੂਸ ਕੀਤੀ ਹੈ ਕਦੀ? ਮੈਂ ਨਹੀਂ ਕੀਤੀ। ਮੈਂ 50 ਇਅਰਸ ਤੋਂ ਉੱਤੇ ਹੈ ਮੇਰੀ ਏਜ, ਤੇ ਮੈਨੂੰ ਇੰਨੀ ਯਾਦ, ਮੈਂ ਜ਼ਿਆਦਾ ਨਾਰਥ ਇੰਡੀਆ 'ਚ ਹੀ ਰਹੀ ਹਾਂ। ਥੋੜੀ ਦੇਰ ਬੰਗਾਲ ਸਿਲੀਗੁੜੀ ਰਹੀ ਸੀ, ਪਰ ਜ਼ਿਆਦਾ ਨਹੀਂ। ਇੰਡੀਆ ਜਿੰਨਾ ਟਾਈਮ ਰਹੀ ਹਾਂ, ਨਾਰਥ ਇੰਡੀਆ 'ਚ ਹੀ ਰਹੀ ਹਾਂ। ਅਸੀਂ 에ਅਰ ਕੰਡੀਸ਼ਨਿੰਗ ਨਹੀਂ ਯੂਜ਼ ਕਰਦੇ ਆਪਣੇ ਘਰ, ਕਿਉਂਕਿ ਅਸੀਂ ਕੁਦਰਤ ਨਾਲ ਥੋੜੇ ਜੁੜੇ ਹੋਏ ਹਾਂ। ਪਰ ਹੁਣ ਕੱਲ ਮੈਂ ਛੱਤ ਤੇ ਸੁੱਤੀ, ਉੱਥੇ ਵੀ ਪੱਖਾ ਲਾਣਾ ਪਿਆ। ਇੰਨੀ ਗਰਮੀ ਸਪਟੈਂਬਰ 8 ਨੂੰ। ਇਹ ਕਿਉਂ ਹੋ ਰਿਹਾ ਹੈ? ਸਾਰਿਆਂ ਨੂੰ ਪਤਾ ਹੈ, ਤੁਸੀਂ ਸੁਣਦੇ ਹੋ ਟੀਵੀ ਤੇ, ਡਿਸਕਵਰੀ ਚੈਨਲ ਤੇ। ਮੈਂ ਤੁਹਾਨੂੰ ਪ੍ਰੈਕਟੀਕਲ ਤੁਹਾਡੀ ਲਾਈਫ 'ਚ ਦੱਸਾਂ ਕਿਉਂ ਹੋ ਰਿਹਾ। ਪਲਾਸਟਿਕ ਇਹਦਾ ਬਹੁਤ ਵੱਡਾ ਕਾਰਨ ਹੈ। ਇਸ ਟਾਈਮ 30% ਗ੍ਰੀਨ ਹਾਊਸ ਐਮਿਸ਼ਨਸ ਪਲਾਸਟਿਕ ਦੇ ਨਿਰਮਾਣ ਵਿੱਚ ਜਿਹੜਾ ਪ੍ਰੋਡਿਊਸ ਹੋ ਰਹੀਆਂ। ਸਾਨੂੰ ਫੂਲ ਕੀਤਾ ਜਾ ਰਿਹਾ। ਕੋਕਾ ਕੋਲਾ ਤੇ ਜਿਹੜੀਆਂ ਬਾਕੀ ਕੰਪਨੀਆਂ ਹੈ, ਰਿਲਾਇੰਸ, ਅੰਬਾਨੀ ਦੀ, ਅਦਾਨੀ ਦੀ, ਜਿਨ੍ਹਾਂ ਦਾ ਕੰਮ ਹੀ ਹੈ ਮੈਨੂਫੈਕਚਰ ਕਰਕੇ ਸਾਡੇ ਸੰਘਾਂ 'ਚ ਵਾੜੀ ਜਾਣਾ, ਕਿਉਂਕਿ ਸਾਡਾ ਦਿਮਾਗ ਕੰਮ ਕਰਨਾ ਬੰਦ ਕਰ ਗਿਆ ਹੈ। 30% ਗ੍ਰੀਨ ਹਾਊਸ ਐਮਿਸ਼ਨ ਪਲਾਸਟਿਕ ਦੇ ਮੈਨੂਫੈਕਚਰ ਨਾਲ ਹੋ ਰਹੀਆਂ। ਪਰ ਇਹ ਸਾਰੇ ਸਾਨੂੰ ਫੂਲ ਕਰ ਰਹੇ ਨੇ ਕਿ ਤੁਸੀਂ
ਰੀਸਾਈਕਲ ਕਰਨਾ ਸ਼ੁਰੂ ਕਰ ਦਿਓ ਜੀ। ਤੁਸੀਂ ਕਹਾਣੀਆਂ ਸੁਣੀਆਂ, ਤੁਹਾਡੇ ਕੋਲ WhatsApp ਆਇਆ ਫॉरवर्ड, ਰੀਸਾਈਕਲ करके सड़क बन जाएंगी प्लास्टिक दियां। सुनिया तुसी कि नहीं? किसी ने सुनिया? इट्टां बन रही प्लास्टिक दियां, सुनिया किसी ने? कई बार बागां च डेकोरेट कर रहे हैं, बेंच बन रहे हैं प्लास्टिक दे। ये सारा तुहाडा शोषण हो रहा। जे असी सिख सब तो रेवोल्यूशनरी कौम इन द हिस्ट्री ऑफ द वर्ल्ड अज नहीं जागे मेरे कहने तो बाद, जे तुहाडे लई कई गल्लां नवीआं है, हर बंदे दा पैशन हुंदा है। हुण मैनू कोई कवे सुखमनी साहब दा तुसी सारा अर्थात करो, मैं नहीं कर पावांगी। इह च कई बीबियां होणगियां, कई बच्चे भी होणगे जिहड़े कर पाणगे। मैं भाई साहब सिंह सुखमनी साहब ते नहीं पहुंची, मैं बस जपजी साहब ही कीता अजे तक। पर मैं तुहानू इह कह रही हां, कहना चाहनी हां, तुसी हुण जो मैं जिते टाइम स्पेंड कीता 3 साल, ਅਸੀਂ ਪ੍ਰੋਟੈਸਟ ਤੇ ਜਾ ਚੁੱਕੇ ਹਾਂ। G20 ਦਾ ਪ੍ਰੋਟੈਸਟ 23 ਜਾਂ 22 ਮਾਰਚ ਨੂੰ G20 ਦਾ ਸਮਿਟ ਅੰਮ੍ਰਿਤਸਰ ਹੋਇਆ। ਮੈਂ ਯੂਜ਼ਡ ਟੂ ਆ ਪ੍ਰੋਟੈਸਟ ਤੇ, ਕਿਉਂਕਿ ਮੈਂ ਅਮਰੀਕਾ 'ਚ ਕਰ ਚੁੱਕੀ ਹਾਂ ਪ੍ਰੋਟੈਸਟ। ਮੈਂ ਉੱਥੇ ਅਕਾਲ ਪੁਰਖ ਦੀ ਫੌਜ ਦਾ ਨਾਮ ਦਾ ਬਹੁਤ ਅੱਛਾ NGO ਹੈ। ਉਹ ਭਾਜੀ ਨੇ ਮੈਨੂੰ ਕਿਹਾ 2 ਦਿਨ ਦੇ ਨੋਟਿਸ ਤੇ ਮਿਲੇ ਵੀ ਨਹੀਂ ਸੀ, ਮੈਂ ਤੁਹਾਡੇ ਲਈ 4-5 ਬੰਦੇ ਭੇਜ ਦਾਂਗਾ ਪ੍ਰੋਟੈਸਟ ਲਈ। ਮੈਂ ਉਹ 4-5, ਇੱਕ ਬੀਬੀ ਸੀ, ਦੋ ਬੀਬੀਆਂ ਸੀ, ਇੱਕ ਭਾਜੀ ਸੀ। ਅਸੀਂ ਉੱਥੇ ਪ੍ਰੋਟੈਸਟ 'ਚ ਪਹੁੰਚੇ, ਸਾਨੂੰ ਪੁਲਿਸ ਨੇ ਡਿਟੇਨ ਕਰ ਲਿਆ ਪੁਲਿਸ ਸਟੇਸ਼ਨ 'ਚ। कोई किसी ने कवरेज नहीं दी। तुसी मैं तुहानू सारिਆਂ ਨੂੰ ਇਹ ਕਹਿਣਾ ਚਾਹਨੀ ਆ, ਜਿਹੜਾ ਇਹ ਟੌਪਿਕ ਮੈਂ ਸ਼ੁਰੂ ਕੀਤਾ, ਇਹ ਜਮਹੂਰੀਅਤ ਹੈ। ਜੇ ਪਲਾਸਟਿਕ ਸਾਡਾ ਇਹ ਮੇਨ ਮੁੱਦਾ ਸੀ ਕਿ ਪਲਾਸਟਿਕ ਮੈਨੂਫੈਕਚਰਰ ਸਾਡਾ ਸ਼ੋਸ਼ਣ ਕਰ ਰਹੇ ਨੇ, ਪੰਜਾਬ ਸਰਕਾਰ ਤੇ ਭਾਰਤ ਸਰਕਾਰ ਗੱਲਾਂ ਕਰ ਰਹੀ ਹੈ। ਜੁਲਾਈ 1 2022 ਤੋਂ ਯਾਦ ਹੈ ਸਿੰਗਲ ਯੂਜ਼ ਪਲਾਸਟਿਕ ਬੈਨ ਹੋਇਆ ਸੀ, ਕੁਝ ਨਹੀਂ ਹੋਇਆ ਔਨ ਦ ਗਰਾਊਂਡ, ਨਥਿੰਗ। ਤੁਸੀਂ ਸਾਰੇ ਸੁੱਤੇ ਹੋ, ਤੁਸੀਂ ਸਾਰੇ ਸੁੱਤੇ ਪਏ ਹੋ। ਮੈਂ ਤੇ ਮੇਰੇ 2 ਸਾਥੀ ਬਸ ਜਾਗ ਰਹੇ ਨੇ। ਇੱਕ ਰੇਡੀਓ ਪ੍ਰੋਗਰਾਮ ਕੀਤਾ ਸੀ ਅਸੀਂ ਕੁਝ ਦਿਨ ਪਹਿਲਾਂ, ਉਹ ਵੀ ਬਸ ਪ੍ਰੋਗਰਾਮ ਅਵੇਅਰਨੈਸ ਕਰੋ। ਭਈ ਅਵੇਅਰਨੈਸ ਕਿਉਂ ਕਰੋ ਪੰਜਾਬ ਵਿੱਚ, ਜਿੱਥੇ ਸਿੱਖੀਜ਼ਮ ਜਿਹੜਾ ਸਭ ਤੋਂ ਰੈਵੋਲੂਸ਼ਨਰੀ ਰਿਲੀਜਨ ਹੈ, ਉਹਦੀ ਧਰਤੀ ਪੰਜਾਬ। ਅਸੀਂ ਜਾਗੀਏ। ਪਲਾਸਟਿਕ ਦੇ ਮੈਨੂਫੈਕਚਰ ਦੇ ਨਾਲ, ਪਲਾਸਟਿਕ ਦੇ ਨਿਰਮਾਣ ਵਿੱਚ ਫੋਸਿਲ ਫਿਊਲ ਯੂਜ਼ ਹੁੰਦੇ ਨੇ। ਮੈਂ ਤੁਹਾਨੂੰ ਉਹ ਜੇ ਪੈਟਰੋਲ ਦੱਸਿਆ, ਜਿਹੜਾ ਜਿਸ ਪ੍ਰੋਡਕਟ ਦੇ ਪੈਟਰੋਲ ਬਣਦਾ, ਜਿਹੜਾ ਅਸੀਂ ਕਾਰਾਂ, ਵੱਡੀਆਂ ਕਾਰਾਂ 'ਚ ਬਲ ਰਿਹਾ ਹੈ, 에ਅਰੋਪਲੇਨ 'ਚ ਭਰ ਕੇ ਕਾਰਬਨ ਡਾਈਆਕਸਾਈਡ ਨਾਲ ਧਰਤੀ ਗਰਮ ਕਰ ਰਿਹਾ ਹੈ, ਸਪੀਸ਼ੀਜ਼ ਨੂੰ ਮਾਰ ਰਿਹਾ ਹੈ। ਪਲਾਸਟਿਕ ਦੇ ਮੈਨੂਫੈਕਚਰ ਅੱਜ 30% ਉਹੀ ਫੋਸਿਲ ਫਿਊਲ ਯੂਜ਼ ਹੋ ਰਿਹਾ ਹੈ। ਪਰ ਤੁਸੀਂ ਸੁਣਿਆ ਹੋਇਆ ਇਲੈਕਟ੍ਰਿਕ ਕਾਰਸ ਆ ਗਈਆਂ ਨਾ। ਹੁਣ 8-9 ਕੰਟਰੀਜ਼ ਨੇ ਅੱਜ ਤੋਂ 7 ਸਾਲ ਬਾਅਦ ਕੋਈ ਹੋਰ ਕਾਰ ਨਹੀਂ ਬਣੇਗੀ ਪੈਟਰੋਲ ਵਾਲੀ। ਉਹਨਾਂ ਚੋਂ ਇੰਗਲੈਂਡ, ਹਾਲੈਂਡ, ਸਵੀਡਨ, ਨਾਰਵੇ ਕੁਝ ਕੰਟਰੀਜ਼ ਹੈ। ਅਮਰੀਕਾ ਨਹੀਂ ਹੈ, ਚਾਈਨਾ ਨਹੀਂ ਹੈ, ਜਿਹੜੇ ਸਭ ਤੋਂ ਵੱਡਾ ਸ਼ੋਸ਼ਣ ਕਰ ਰਹੇ। ਅਮਰੀਕਾ, ਚਾਈਨਾ ਤੇ ਇੰਡੀਆ ਉਹ ਨਹੀਂ ਨੇ। ਉਹਨਾਂ ਨੇ ਨਹੀਂ ਇਹ ਰੂਲ ਬਣਾਇਆ। ਪਰ ਇਹ ਸੁਣੋ ਤੁਸੀਂ, ਇਲੈਕਟ੍ਰਿਕ ਵਹੀਕਲਸ ਆ ਰਹੇ ਨੇ, ਲੋਕਾਂ ਨੂੰ ਹੋਸ਼ ਆ ਰਹੀ ਹੈ ਕਿ ਫੋਸਿਲ ਫਿਊਲਸ ਬਲ ਰਹੇ ਨੇ। ਪਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਜਿਹੜੇ ਫੋਸਿਲ ਫਿਊਲ ਵਾਲੇ ਜਿਹੜੇ ਪੈਸੇ ਬਣਾਉਣ ਵਾਲੇ ਨੇ, ਜਿਨ੍ਹਾਂ ਦਾ ਕੁਝ ਬਿਜ਼ਨਸਮੈਨ ਜੇ ਨਾਂ ਲਿਆ, ਇਹਨਾਂ ਨੂੰ ਸਾਨੂੰ ਮਿਸਲੀਡ ਕਰਨਾ ਆਪਣੇ ਪ੍ਰੋਫਿਟਸ ਲਈ, ਇਹ ਦੱਸਣਾ ਉਹ ਰੀਸਾਈਕਲ ਹੋ ਜਾਏਗਾ ਜੀ, ਰੀਸਾਈਕਲ ਹੋ ਜਾਏਗਾ। 9% ਪਲਾਸਟਿਕ ਰੀਸਾਈਕਲ ਹੋ ਰਿਹਾ, ਸਿਰਫ 9%। ਸਭ ਤੋਂ ਚੰਗੀ ਰੀਸਾਈਕਲਿੰਗ ਜਰਮਨੀ ਤੇ ਆਸਟਰੀਆ 'ਚ ਹੁੰਦੀ ਹੈ, ਅਮਰੀਕਾ 'ਚ ਬਹੁਤ ਭੈੜੀ ਹੁੰਦੀ ਹੈ। ਇੰਡੀਆ ਦਾ ਕੋਈ ਨੰਬਰ ਨਹੀਂ ਪਤਾ। ਇੰਡੀਆ ਸ਼ਾਇਦ ਇਹ ਰੈਟ ਪਿਕਰਸ ਵੇਚ-ਵੂਚ ਕੇ ਸ਼ਾਇਦ ਥੋੜੀ ਬਹੁਤੀ ਰੀਸਾਈਕਲਿੰਗ ਹੋ ਜਾਂਦੀ ਹੈ। ਪਰ ਇਹ ਤੁਹਾਨੂੰ ਫੂਲ ਕਰ ਰਹੇ ਨੇ। ਰੀਸਾਈਕਲ ਕਰੀ ਜਾਓ, ਇੱਟਾਂ ਬਣਾਈ ਜਾਓ ਜੀ, ਸੜਕਾਂ ਬਣ ਜਾਣਗੀਆਂ ਪਲਾਸਟਿਕ ਦੀਆਂ। ਖਾਈ ਜਾਓ ਪਲਾਸਟਿਕ, ਖਾਈ ਜਾਓ। ਅਸੀਂ ਦੇਈ ਜਾਂਦੇ, ਤੁਸੀਂ ਖਾਈ ਜਾਓ ਪਲਾਸਟਿਕ, ਉਹਦੇ 'ਚ ਪੀ ਜਾਓ। ਤੁਹਾਡੀ ਸਿਹਤ ਤੇ ਪਤਾ ਕਿੰਨਾ ਅਸਰ ਹੋ ਰਿਹਾ। ਜਿਹੜੀਆਂ ਕੋਕ ਦੀਆਂ ਬੋਟਲਾਂ ਪਲਾਸਟਿਕ ਦੀਆਂ ਵੱਡੀਆਂ ਅਸੀਂ ਪਾਰਟੀ ਤੇ ਲੈ ਕੇ ਆਉਂਦੇ ਆ, ਉਹ ਟਰੱਕਾਂ ਤੇ ਆਉਂਦੀਆਂ, ਗਰਮ ਹੁੰਦੀਆਂ, ਲੀਚ ਹੋ ਕੇ ਉਹਨਾਂ ਚੋਂ ਕੈਂਸਰ ਕਾਜ਼ਿੰਗ ਏਜੈਂਟਸ ਰਿਲੀਜ਼ ਹੁੰਦੇ ਗਰਮੀ 'ਚ। ਕਦੀ ਵੀ ਪਲਾਸਟਿਕ ਦੀ ਬੋਟਲ ਤੁਸੀਂ ਕਾਰ 'ਚ ਰੱਖਤੀ, ਉੱਤੇ ਪਾਣੀ ਪਿਆ, ਉਹ 'ਚ ਪਾਣੀ ਨਾ ਪੀਓ। ਪਰ ਅਸੀਂ ਰੋਜ਼ ਕੋਕ ਪੀ ਰਹੇ ਹਾਂ। ਕੋਕ ਪੀ ਰਹੇ ਹਾਂ ਕਿ ਨਹੀਂ? ਕੋਕ ਜਾਂ ਜੂਸ ਜਾਂ ਕੁਝ ਵੀ ਪਲਾਸਟਿਕ ਦੇ। ਮਿਨਰਲ ਵਾਟਰ ਸਭ ਤੋਂ ਵੱਡਾ, ਜਿਵੇਂ ਭੈਣ ਜੀ ਉੱਥੇ ਸਰਵ ਕਰ ਰਹੇ ਸੀ ਬੋਟਲਾਂ 'ਚ, ਬੋਟਲਾਂ ਦਾ ਮਿਨਰਲ ਵਾਟਰ ਪੰਜਾਬ ਗਵਰਨਮੈਂਟ ਨੇ ਬੰਦ ਕਰਾਤਾ ਸੀ ਪਾਰਟੀ ਸ਼ੋਸ਼ਾ ਕਰਨ ਲਈ। ਅੱਜ ਤੋਂ 3 ਸਾਲ ਪਹਿਲਾਂ ਉਹ ਫਿਰ ਸ਼ੁਰੂ ਹੋ ਗਿਆ, ਛੋਟੀਆਂ ਬੋਟਲਸ ਮਿਨਰਲ ਵਾਟਰ। ਮੈਂ ਤੁਹਾਨੂੰ ਦੱਸਾਂ, ਮੈਂ ਕਦੀ ਮਿਨਰਲ ਵਾਟਰ ਨਹੀਂ ਪੀਤਾ ਪਿਛਲੇ 25 ਸਾਲ 'ਚ। ਮੈਂ अन्नपूर्णा ट्रेल है कि उत्थे काफ़ी उच्चा पास है। मैं 20 किलो वेट कली जाके वो पास क्रॉस कर लिया। मेरे नाल यूरोप दियां कुड़ियां सी, वो पिछे हट गई क्योंकि बीमार हो गई। मैं इन्नी हेल्दी हाँ, मैं कभी मिनरल वाटर नहीं पीता, मैं टैप वाटर पीनी हाँ। टैप वाटर सारे म्यूनिसिपैलिटीज़ का टैप वाटर बिल्कुल साफ है। जे तुसी आर ओ यूज़ करना करो, पर वो जो पानी है थोड़ा सेव कर लो, जो उत्थों पानी निकलता वो पोचे वाली यूज़ कर लो। पर मिनरल वाटर बॉटल्स आर डेट्रीमेंटल टू योर हेल्थ। सीधे ही डेट्रीमेंटल है पानी पीना। मैं तुहानूं दसदा क्यों।
ਉਹ ਗਰਮ ਗਰਮ ਟਰੱਕਾਂ 'ਚ ਆਉਂਦੀਆਂ, ਉਹਨਾਂ 'ਚ ਲੀਚ ਹੋ ਜਾਂਦੇ ਕਾਰਸੀਨੋਜਨ, ਕੈਂਸਰ ਕੌਜ਼ਿੰਗ ਸਬਸਟੈਂਸਸ। ਠੀਕ ਹੈ, ਤੇ ਬੈਕ ਟੂ ਪਲਾਸਟਿਕ ਪ੍ਰੋਡਕਸ਼ਨ। ਮੈਂ ਟਾਈਮ ਕਾਫੀ ਲੈ ਲਿਆ, ਮੈਂ ਹੁਣ ਵਾਈਂਡ ਅਪ ਕਰਨਾ ਚਾਹਾਂਗੀ। ਬੈਕ ਟੂ ਗੁਰੂ ਨਾਨਕ ਦੇਵ ਜੀ ਬੱਚਿਆਂ ਲਈ ਕਨਕਲੂਜਨ ਬਣਾ ਕੇ, ਅਸੀਂ ਫੋਸਿਲ ਫਿਊਲਸ ਅੱਜ 30% ਹੋ ਰਹੀ ਹੈ ਪੋਲੂਸ਼ਨ, ਫੋਸਿਲ ਫਿਊਲ ਜਿਹੜੇ ਪਲਾਸਟਿਕ ਬਣਾ ਰਹੇ ਆ, ਪਰ ਉਹਨਾਂ ਨੂੰ ਪਤਾ ਇਲੈਕਟ੍ਰਿਕ ਵਹੀਕਲ ਆ ਗਏ, ਸੋਲਰ ਪੈਨਲ ਆ ਗਏ, ਉਹ ਵਾਲੀ ਚਲੇ ਗਈ, ਜਿਹੜੀ ਨੈਚੁਰਲ ਗੈਸ ਯੂਜ਼ ਹੋ ਰਹੀ ਹੈ ਉਹ ਵਾਲਾ ਸ਼ੋਸ਼ਣ ਜਾਈ ਜਾ ਰਿਹਾ, ਰੂਲ ਬਣੀ ਜਾ ਰਿਹਾ। ਹੁਣ ਇਹਨਾਂ ਨੇ ਸਾਨੂੰ ਫੂਲ ਕਰਕੇ ਸਹਿਜੇ ਪਲਾਸਟਿਕ ਬਣਾਉਣਾ ਵਧਾਤਾ ਹੈ। ਅੱਜ ਮੇਰੇ ਖਿਆਲ 2040 ਤੋਂ ਐਸਟੀਮੇਟ ਹੈ 50% ਜਿਹੜਾ ਸ਼ੋਸ਼ਣ ਹੋ ਰਿਹਾ ਗ੍ਰੀਨ ਹਾਊਸ ਐਮਿਸ਼ਨਸ ਉਹ ਪਲਾਸਟਿਕ ਦੇ ਮੈਨੂਫੈਕਚਰ ਨਾਲ ਹੋ ਰਿਹਾ। ਇਹ ਹਾਲ ਹੈ ਪਲਾਸਟਿਕ ਪੋਲੂਸ਼ਨ ਦਾ। ਆਈ ਹੋਪ, ਮੈਨੂੰ ਆਸ ਹੈ ਕਿ ਮੈਂ ਬੱਚਿਆਂ ਦੇ ਨੰਨੇ ਦਿਮਾਗਾਂ ਵਿੱਚ 2 ਮੈਸੇਜ ਪਾਤੇ। ਸੇ नो टू प्लास्टिक। की कहो, रिपीट करो बच्चों। एक्सलेंट। जे तुसी देखते हो, आज मैं अमृतसर हवेली गई सी, आज साड़ी मीटिंग सी मेरे NGO दी, ते गेस्ट आए हुए सी लुधियाने तो, उत्थे भी चंगे भले शीशे के ग्लास पे आ, पानी ਉਹਦੇ 'ਚ ਦੇ ਰਹੇ ਆ, ਉਹਨੇ ਕੀ ਆਰਡਰ ਕੀਤਾ ਮੈਨੂੰ ਨਹੀਂ ਪਤਾ, ਲਾਈਮ ਸੋਡਾ ਜੋ ਵੀ ਉਹ ਆ ਰਿਹਾ, ਉਹੀ ਸਮੂਦੀ ਵਾਲੇ ਪਲਾਸਟਿਕ ਗਲਾਸ। मैं फोटो ले ली। एक पोर्टल बनाया है सेंट्रल पोल्यूशन कंट्रोल बोर्ड ने, कंप्लेन करो क्योंकि ये इलीगल है, गवर्नमेंट नहीं इन्फोर्स कर रही, तुसी कंप्लेन कर सकते हो। जे तुसी ज्वाइन करना है सानू किसी भी कैपेसिटी में, असीं प्रोटेस्ट ही नहीं करते, पुलिस तो नहीं फड़े जाते, असीं दूजे काम भी करते हैं, जिवें सोशल मीडिया स्प्रैड करना मैसेज, गुरुद्वारियां विच टॉक्स करनियां। मैं बहुत बहुत आभारी हाँ अमृतपाल सिंह जी दी जिन्हों ने यह मौका दिता। असी लुधियाने में एक बार मेरी संस्था एक्शन ग्रुप अगेंस्ट प्लास्टिक पोल्यूशन है, इनू असी एक गैप भी कहने हैं। असी अगस्त 2020 तो काम कर रहे हैं, पर सानू आवाज़ रेस करने लई रेवोल्यूशनरी लोगों की भी लोड़ है जेड़े साडे नाल प्रोटेस्ट ज्वाइन करन। पुलिस दो घंटे बाद रिहा कर दिंदी है तुहानू जदों मीटिंग। फिक्र ना करो, तुहानू लगा बड़े फ्रेंडली होंदे ने, तुसीं बैठ जांदे हो, तुहानू सानू की समोसे भी खिलाए सी उन्होंने, पर वो छड्डदे नहीं जब तक तुसीं पर क्वेश्चन पॉइंट ये है कि तुसीं अपनी वॉइस रेस करो। जिवें हुण G20 उत्थे हो रहा, वो तो बिल्कुल ही कोई प्रोटेस्ट नहीं होने देंगे, पर असीं भुल गए कि साडी राइट है प्रोटेस्ट। सिखता रेवोल्यूशन ही, असीं किन्नियां रेवोल्यूशनस लिआए ने जाना दित्तियां। सो लास्ट कंक्लूजन, वॉकिंग विद नानक, उत्थे मैनू किहड़े 3 मैसेज मिले। एक, असीं बहुत घट जी सकते हैं, फुल ग्रेटेस्ट फिलोसोफर वी नो गुरु नानक देव जी, द ग्रेटेस्ट फिलोसोफर वी नो गुरु नानक देव जी ने, वो इन्नियां घट बिलोंगिंग्स नाल, इन्ने करेज नाल चल के सऊदी अरेबिया तक गए सीगे। की ਇਹਦਾ मैसेज है? फिटनेस, फिजिकल फिटनेस रखो। जिवें सानू गुरु साहब ने उत्थे अखाड़े बने हुए ने खडूर साहब रैसलिंग करवाते सी गुरु अंगद देव जी, सारे गुरु फिजिकली फिट सी। गुरु अमरदास जी 95 ईयर्स की उम्र तक जीए सीगे। सानू जब तक असीं फिजिकली फिट नहीं होवांगे, साडा माइंड नहीं फिट होएगा। अपने खान का थोड़ा करो, संतोख करो, एक्सरसाइज करो, समूदियां ना पियो, कोल्ड कॉफियां घट करो। बट सानू गुरु साहब ने की सिखाया? फिजिकल फिटनेस, एब्सेंस ऑफ मटीरियलिस्टिक वांट्स। सानू सारिਆਂ ਨੂੰ पता है माया है, लैके थोड़ी देर खुश हो जाइदा, उस तो बाद डिस्कार्ड कर देता है। कपड़े बनन का भी ग्रीन हाउस इमिशन होंदा है, कॉटन का बहुत पानी लगता है कॉटन बनते हुए। असी सैकेंड हैंड कपड़ियां दी मैं सैकेंड हैंड कपड़े ही खरीददी हाँ, ये भी सैकेंड हैंड है। ये सैकेंड हैंड लग नहीं रहा क्योंकि ਜਿਹੜੀਆਂ बीबियां वो तो 2 बार पा के छड्ड दिंदियां, बड़ा आसान है सैकेंड हैंड कपड़े पाना। सो प्लीज़ बच्चों, थैंक यू फॉर योर पेशेंस। एक्शन ग्रुप अगेंस्ट प्लास्टिक पोल्यूशन, मेरा फ़ोन नंबर डॉक्टर साहब को है, व्हाट्सएप नंबर भी है। जे किसी को कॉपी है तो वैबसाइट है medium medium.com/AGAPP अर्थ। जे किसी को कोई सवाल है मैनू जरूर पूछो, मैं इतने 10 मिनट होर रवांगी। हुण गज के फतेह बुलाइए। पहला कहिए से नो टू प्लास्टिक, से नो टू प्लास्टिक। बोले सो निहाल। साढ़े महान विद्वान ज्ञानी केवल सिंह जी सबका जथेदार और
आप जी ने बहुत सहयोग दिया, तक आप जी ने शांति रखी, प्यार नाल जो सारे सुने। ये आखिरी स्पीच है जो ज्ञान जी ने दी है, सो आप जी का जरूर सुनो। उपरांत समाप्ति है, आनंद साहब जी का पाठ करके अरदास करना बच्चे जो रंग सम्मान उन्होंने सुधार देने हैं, सो इसके बाद समाप्ति। तो बेनती करूँगा सिंह साहब जी, आप जी ने विचार वाहिगुरू जी का खालसा